हाँ जी स्टूडेंट्स, टुडे वी विल डिस्कस नेचर ऑफ मैनेजमेंट और इज़ मैनेजमेंट साइंस और आर्ट। ਜਿਹੜਾ और पा के इन्होंने लिखा इज़ मैनेजमेंट साइंस और आर्ट, एक एज अ क्वेश्चन भी ये आ जाता होंगे वा। ठीक है टॉपिक। सो सब तो पहला आप देखते हैं मैनेजमेंट की नेचर की आ। फस्ट ये पॉइंट है मैनेजमेंट एज आ साइंस, मतलब मैनेजमेंट एक साइंस है किमें। फस्ट ऑफ ऑल आप साइंस बारे दसांगे भी साइंस किसनूं कहते हैं। Such a systematic body of knowledge which has such laws and principles which explain cause and effect relationship between complex concepts is known as science। साइंस की होंगी है एक सिस्टमैटिक बॉडी होंगी है, मतलब एक सिस्टमैटिक स्टैप बाय स्टैप होने वाली चीज़ होंगी है जिहदे कुछ लॉज होंगे ने, कुछ प्रिंसीपल्स होंगे ने, जिन्हां दे विच कॉज एंड इफैक्ट रिलेशनशिप होंगी आ। कॉज मतलब उसका कारण की आ एंड वो चीज़ के होने नाल अगे प्रभाव की पऊगा, इफैक्ट की पऊगा, वो चीज़ दसी गई होंगी, उन्होंने आपां साइंस कह दिंदे आ। द इंपीरिकल इन्वेस्टिगेशन of laws and principles of a science is also possible because these are developed on the basis of scientific methods। इंपीरिकल इन्वेस्टिगेशन होंदा मतलब एक्सपीरियंस के हिसाब नाल बार बार करके देखा गया जो लॉज के प्रिंसीपल्स नूं, फिर इन्हां दे जिहड़े मैथड आ डिवेलप किए गए होंदे साइंस के। Along with this, laws and principles of science are universal। It means that these apply everywhere। ਜਿਹੜੇ मैनेजमेंट ਦੇ ਜਿਹੜੇ ਸਾਇੰਸ ਦੇ ਪ੍ਰਿੰਸੀਪਲਸ ਨੇ ਜਾਂ ਲॉज ਨੇ ਇਹ ਕੀ ਨੇ, ਇਹ ਯੂਨੀਵਰਸਲ ਨੇ ਤੇ ਇਹ ਦੁਨੀਆ ਦੇ ਵਿੱਚ ਕਿਤੇ ਵੀ ਲਾਗੂ ਹੁੰਦੇ ਆ। ਫੋਰ ਐਗਜ਼ਾਮਪਲ ਵਾਟਰ ਦਾ ਫਾਰਮੂਲਾ ਜਿਵੇਂ H2O, ਉਹੀ ਇੰਡੀਆ ਦੇ ਵਿੱਚ ਵੀ, ਉਹੀ ਫੋਰਨ ਕੰਟਰੀ ਦੇ ਵਿੱਚ ਵੀ ਸੇਮ ਉਹੀ ਫਾਰਮੂਲਾ। ਠੀਕ ਹੈ। ਸਿਮਿਲਰਲੀ ਜਿਵੇਂ ਆਕਸੀਜਨ ਗੈਸ O2, ਕਾਰਬਨ ਡਾਈਆਕਸਾਈਡ ਗੈਸ CO2, मतलब ये सारे की ने दुनिया ਦੇ ਵਿੱਚ ਕਿਤੇ ਵੀ हर एक कंट्री ਦੇ ਵਿੱਚ ਐਪਲੀਕੇਬਲ ਹੈ, यूनीवर्सल आ साइंस। सो ਇਹਦੀ ਡੈਫੀਨੇਸ਼ਨ ਰਹਿਣ ਹੀ ਦਿਓ ਕਰਨ ਨੂੰ, ਚਲੋ ਉਹਦਾ ਪਰ मीनिंग काफ़ी आ। फीचर्स ऑफ साइंस, ਹੁਣ ਜਿਹੜੀ ਸਾਇੰਸ ਹੈ ਇਹਦੀ ਫੀਚਰਸ मतलब ਇਹਦੇ ਕਰੈਕਟਰਿਸਟਿਕਸ ਕੀ ਨੇ। ਸਾਇੰਸ ਇਜ਼ ਅ ਸਿਸਟਮੈਟਿਕ ਬੋਡੀ ਆਫ ਨੌਲੇਜ। ਸਾਇੰਸ ਕੀ ਹੈ, ਇੱਕ ਸਿਸਟਮੈਟਿਕ ਬੋਡੀ ਹੈ ਜਿੱਥੋਂ ਆਪਾਂ ਨੂੰ ਕੋਈ ਨੌਲੇਜ ਮਿਲਦੀ ਆ। ਪ੍ਰਿੰਸੀਪਲਸ ਆਫ ਸਾਇੰਸ ਆਰ ਡਿਵੈਲਪਡ ਔਨ ਦ ਬੇਸਿਸ ਆਫ ਕੰਟੀਨਿਊਡ ਆਬਜ਼ਰਵੇਸ਼ਨ। ਜਿੰਨੇ ਵੀ ਇਹਦੇ ਵਿੱਚ ਪ੍ਰਿੰਸੀਪਲ ਬਣਾਏ ਗਏ ਨੇ ਸਾਇੰਸ ਦੇ ਵਿੱਚ, ਪਹਿਲਾਂ ਕੰਟੀਨਿਊਡ ਆਬਜ਼ਰਵੇਸ਼ਨਸ ਲਈਆਂ ਗਈਆਂ, मतलब ਬਾਰ-ਬਾਰ ਚੀਜ਼ ਨੂੰ ਕਰਕੇ ਦੇਖਿਆ ਗਿਆ। प्रिंसीपल्स ऑफ साइंस आर एग्जैक्ट एंड यूनीवर्सल। ਜਿਹੜੇ ਸਾਇੰਸ ਦੇ ਪ੍ਰਿੰਸੀਪਲ ਹੈ ਐਗਜ਼ੈਕਟ ਨੇ ਤੇ ਯੂਨੀਵਰਸਲ ਆ, मतलब ਦੁਨੀਆ ਦੇ ਵਿੱਚ ਕਿਤੇ ਵੀ ਲਾਗੂ ਹੁੰਦੇ ਆ। ਪ੍ਰਿੰਸੀਪਲਸ ਆਫ ਸਾਇੰਸ ਐਕਸਪਲੇਨ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਬਿਟਵੀਨ ਕੰਪਲੈਕਸ ਕਨਸੈਪਟਸ ਐਂਡ ਫੈਕਟਸ। ਜਿਹੜੇ ਸਾਇੰਸ ਦੇ ਪ੍ਰਿੰਸੀਪਲਸ ਨੇ ਇਹ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਹੁੰਦੀ ਇਹਨਾਂ ਦੀ, मतलब ਕਿਹੜੀ ਚੀਜ਼ ਕਿਉਂ ਹੋ ਰਹੀ ਆ, ਉਹਦਾ ਰੀਜ਼ਨ ਕੀ ਆ ਤੇ ਉਹਦਾ ਇਫੈਕਟ ਕੀ ਪੈਂਦਾ। ਠੀਕ ਆ। ਸੋ ਇਹ ਸਾਰੀ ਚੀਜ਼ਾਂ ਦਾ ਨਾਲ ਉਹਨਾਂ ਨੂੰ ਪ੍ਰੋਪਰ ਐਕਸਪਲੇਨ ਕੀਤਾ ਜਾਂਦਾ, ਕਾਰਨ ਤੇ ਉਹਦਾ ਇਫੈਕਟ। ਠੀਕ ਆ। ਨੈਕਸਟ ਹੈ ਪ੍ਰੈਕਟੀਕਲ ਐਪਲੀਕੇਬਿਲਿਟੀ ਆਫ ਦ ਪ੍ਰਿੰਸੀਪਲ ਆਫ ਸਾਇੰਸ ਕੈਨ ਬੀ ਵੈਰੀਫਾਈਡ। ਜਿਹੜੇ ਸਾਇੰਸ ਦੇ ਪ੍ਰਿੰਸੀਪਲ ਆ ਆਪਾਂ ਕਦੇ ਵੀ ਵੈਰੀਫਾਈ ਕਰ ਸਕਦੇ ਹਾਂ। मतलब ਜਿਵੇਂ ਸਪੋਜ਼ ਕਰ ਲਓ ਕੋਈ ਰਿਐਕਸ਼ਨ ਹੋਵੇ ਵੀ 2 ਗ੍ਰਾਮ ਆਹ ਚੀਜ਼ ਲੈ ਲਓ, 1 ਗ੍ਰਾਮ ਆਹ ਲੈ ਲਓ, ਫਿਰ ਇਹਨਾਂ ਨੂੰ ਮਿਕਸ ਕਰਕੇ ਆਹ ਕੈਮੀਕਲ ਸਬਸਟੈਂਸ ਬਣਦੀ ਆ, ਤਾਂ ਇਹਨੂੰ ਪ੍ਰੈਕਟੀਕਲੀ ਆਪਾਂ ਕਿਤੇ ਵੀ ਵੈਰੀਫਾਈ ਕਰ ਸਕਦੇ ਹਾਂ, ਸੇਮ ਉਹੀ ਚੀਜ਼ ਬਣੂਗੀ। ਪ੍ਰੈਡਿਕਸ਼ਨ ਕੈਨ ਬੀ ਮੇਡ ਔਨ ਦ ਬੇਸਿਸ ਆਫ ਪ੍ਰਿੰਸੀਪਲਸ ਆਫ ਸਾਇੰਸ। ਹੁਣ ਸਾਇੰਸ ਦੇ ਪ੍ਰਿੰਸੀਪਲ ਦੇ ਹਿਸਾਬ ਨਾਲ ਆਪਾਂ ਪ੍ਰੈਡਿਕਸ਼ਨਸ ਵੀ ਕਰ ਸਕਦੇ ਹਾਂ। ਜਿਵੇਂ ਸਪੋਜ਼ ਕਰ ਲਓ ਜੇ ਕਿਸੇ ਚੀਜ਼ ਦੇ ਵਿੱਚ ਕੈਮੀਕਲ ਦੀ ਅਮਾਊਂਟ 1 ml ਪਾਈ ਆ, ਨੈਕਸਟ ਦੇ ਵਿੱਚ 2 ml ਪਾਵਾਂਗੇ ਤਾਂ ਉਹਦੇ ਅਕੋਰਡਿੰਗ ਉਹਦੀ ਜਿਵੇਂ ਸਪੋਜ਼ ਕਰ ਲਓ ਸੋਲੂਬਿਲਿਟੀ, ਠੀਕ ਆ, ਜਾਂ ਡੈਂਸਿਟੀ ਵਧੂਗੀ ਘਟੂਗੀ। ਸੋ ਇਹਦੇ ਵਿੱਚ ਆਪਾਂ ਕੀ ਆ ਪ੍ਰੈਡਿਕਸ਼ਨ ਕਰ ਸਕਦੇ ਹਾਂ ਵੀ ਅਗਲੀ ਆਬਜ਼ਰਵੇਸ਼ਨ ਆ ਹੋ ਸਕਦੀ ਆ। ਹੁਣ ਨੈਕਸਟ ਹੈ ਮੈਨੇਜਮੈਂਟ ਦਾ ਸਾਇੰਸ। ਮੈਨੇਜਮੈਂਟ ਸਾਇੰਸ ਕਿਵੇਂ ਹੈ। ਸੋ ਇਹਦੇ ਵਿੱਚ ਜਿੰਨੇ ਆਪਾਂ 6 ਪੁਆਇੰਟਸ ਇੱਥੇ ਪੜ੍ਹੇ ਆ ਸਾਇੰਸ ਦੇ ਫੀਚਰਸ, ਉਹਨਾਂ ਦੇ ਨਾਲ ਆਪਾਂ ਮੈਂ ਕਰ ਦੇਣਾ ਵਾ। ਠੀਕ ਆ। ਸੋ ਪਹਿਲਾ ਹੈ ਸਿਸਟਮੈਟਿਕ ਬੋਡੀ ਆਫ ਨੌਲੇਜ। ਲਾਈਕ ਐਨੀ ਅਦਰ ਸਾਇੰਸ, ਮੈਨੇਜਮੈਂਟ ਆਲਸੋ ਆ ਸਿਸਟਮੈਟਿਕ ਬੋਡੀ ਆਫ ਨੌਲੇਜ। ਸੋ ਜਿਵੇਂ ਬਾਕੀ ਤਰ੍ਹਾਂ ਦੀ ਸਾਇੰਸ ਹੁੰਦੀ ਹੈ, ਕਹਿੰਦੇ ਮੈਨੇਜਮੈਂਟ ਵੀ ਇੱਕ ਸਿਸਟਮੈਟਿਕ ਬੋਡੀ ਹੈ ਨੌਲੇਜ ਦੀ। ਵਿਦ ਦ ਪੈਸੇਜ ਆਫ ਟਾਈਮ, ਸਮਾਂ ਬੀਤਣ ਦੇ ਨਾਲ ਨਾਲ ਮੈਨੇਜਮੈਂਟ ਐਕਸਪਰਟਸ ਐਂਡ ਐਕੈਡੈਮਿਕ ਸਕਾਲਰਸ ਹੈਵ ਡਿਵੈਲਪਡ ਸੈਵਰਲ ਪ੍ਰਿੰਸੀਪਲਸ ਆਫ ਮੈਨੇਜਮੈਂਟ ਟੂ ਮੇਕ ਇਟ ਆ ਸਿਸਟਮੈਟਿਕ ਸਬਜੈਕਟ। ਸਮੇਂ ਬੀਤਣ ਦੇ ਨਾਲ ਕੀ ਹੋਇਆ, ਜਿਹੜੇ ਮੈਨੇਜਮੈਂਟ ਦੇ ਐਕਸਪਰਟ ਲੋਕ ਸੀ ਜਾਂ ਸਕਾਲਰ ਲੋਕ ਸੀਗੇ, ਉਹਨਾਂ ਨੇ ਬਹੁਤ ਸਾਰੇ ਪ੍ਰਿੰਸੀਪਲਸ ਡਿਵੈਲਪ ਕੀਤੇ, ਤਾਂ ਕਰਕੇ ਇਹਨੂੰ ਆਪਾਂ ਇੱਕ ਸਿਸਟਮੈਟਿਕ ਸਬਜੈਕਟ ਦੇ ਤੌਰ 'ਤੇ ਹੁਣ ਪੜ੍ਹਦੇ ਹਾਂ, मतलब ਸਟੈਪ ਬਾਏ ਸਟੈਪ ਪੜ੍ਹਦੇ ਹਾਂ। ਫੋਰ ਐਗਜ਼ਾਮਪਲ FW ਟੇਲਰ ਹੈਜ਼ ਡਿਵੈਲਪਡ ਦ ਕੰਸੈਪਟ ਆਫ ਸਾਇੰਟੀਫਿਕ ਮੈਨੇਜਮੈਂਟ। FW ਟੇਲਰ ਨੇ ਕੰਸੈਪਟ ਦਿੱਤਾ ਸਾਇੰਟੀਫਿਕ ਮੈਨੇਜਮੈਂਟ ਦਾ। ਇਹ ਫਰਦਰ ਆਪਣੇ ਕੋਲ ਅੱਗੇ ਚੈਪਟਰ ਆਊਗਾ, ਆਪਾਂ ਉਹ 'ਚ ਪੜ੍ਹਾਂਗੇ ਸਾਇੰਟੀਫਿਕ ਪ੍ਰਿੰਸੀਪਲ ਜਿਹੜੇ ਸਾਇੰਟੀਫਿਕ ਮੈਨੇਜਮੈਂਟ ਜਿਹੜੀ। ਨੈਕਸਟ ਹੈ ਕੰਟੀਨਿਊਡ ਆਬਜ਼ਰਵੇਸ਼ਨ। Like a science, principles of management have also been developed on the basis of continued observation। ਬਾਕੀ ਸਾਇੰਸ ਦੀ ਤਰ੍ਹਾਂ ਹੀ ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲ ਆ ਇਹ ਵੀ ਕੰਟੀਨਿਊਡ ਆਬਜ਼ਰਵੇਸ਼ਨ ਦੇ ਉੱਪਰ ਨਿਰਧਾਰਿਤ ਹੁੰਦੇ ਆ। ਦ ਸਬਜੈਕਟ ਆਫ ਮੈਨੇਜਮੈਂਟ ਇਜ਼ ਅ ਸਬਜੈਕਟ ਆਫ ਪ੍ਰਿੰਸੀਪਲਸ ਡਿਵੈਲਪਡ ਔਨ ਸਾਇੰਟੀਫਿਕ ਬੇਸਿਸ। ਜਿਵੇਂ ਬਾਕੀ ਸਾਇੰਸ ਨੇ ਕੰਟੀਨਿਊਡ ਆਬਜ਼ਰਵੇਸ਼ਨਸ ਕਰ ਕਰਕੇ ਲॉज ਥਿਊਰੀਜ਼ ਬਣਾਈਆਂ, ਉਸੇ ਤਰੀਕੇ ਨਾਲ ਇਹਦੇ ਵਿੱਚ ਵੀ ਐਕਸਪਰਟਸ ਨੇ ਮਤਲਬ ਸਾਰੀ ਆਬਜ਼ਰਵੇਸ਼ਨ ਕਰਕੇ ਇਹਦੀ ਜਿਹੜੇ ਲॉज ਨੇ ਜਾਂ ਥਿਊਰੀਜ਼ ਨੇ ਉਹ ਡਿਵੈਲਪ ਕੀਤੀਆਂ ਨੇ।
ਨੈਕਸਟ ਹੈ ਇਹਦੇ ਵਿੱਚ ਯੂਨੀਵਰਸਲਿਟੀ। ਲਾਈਕ ਫਿਜ਼ਿਕਸ ਐਂਡ ਕੈਮਿਸਟਰੀ ਦਾ ਕਨਸੈਪਟ ਆਫ ਮੈਨੇਜਮੈਂਟ ਐਂਡ ਇਟਸ ਪ੍ਰਿੰਸੀਪਲ ਆਰ ਯੂਨੀਵਰਸਲ। ਜਿਵੇਂ ਫਿਜ਼ਿਕਸ ਕੈਮਿਸਟਰੀ ਦੇ ਲॉज ਨੇ ਜਾਂ ਥਿਊਰੀਜ਼ ਨੇ ਦੁਨੀਆ ਦੇ ਵਿੱਚ ਹਰ ਇੱਕ ਜਗ੍ਹਾ ਲਾਗੂ ਹੁੰਦੀਆਂ ਨੇ। ਸਿਮਿਲਰਲੀ ਮੈਨੇਜਮੈਂਟ ਦੇ ਜਿਹੜੇ ਪ੍ਰਿੰਸੀਪਲਸ ਨੇ ਇਹ ਵੀ ਯੂਨੀਵਰਸਲ ਨੇ। ਦ ਪ੍ਰਿੰਸੀਪਲਸ ਆਫ ਮੈਨੇਜਮੈਂਟ ਆਰ ਐਪਲੀਕੇਬਲ ਐਵਰੀਵੇਅਰ, ਮਤਲਬ ਹਰ ਇੱਕ ਜਗ੍ਹਾ ਇਹ ਲਾਗੂ ਹੁੰਦੇ ਆ। ਨੈਕਸਟ ਹੈ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ। ਲਾਈਕ ਦ ਪ੍ਰਿੰਸੀਪਲਸ ਆਫ ਐਨੀ ਅਦਰ ਸਾਇੰਸ, ਪ੍ਰਿੰਸੀਪਲਸ ਆਫ ਮੈਨੇਜਮੈਂਟ ਆਲਸੋ ਐਕਸਪਲੇਨ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਬਿਟਵੀਨ ਕੰਪਲੈਕਸ ਕਨਸੈਪਟਸ ਐਂਡ ਫੈਕਟਸ। ਜਿਵੇਂ ਬਾਕੀ ਸਾਇੰਸ ਦੇ ਪ੍ਰਿੰਸੀਪਲ ਨੇ ਕਾਜ਼ ਇਫੈਕਟ ਰਿਲੇਸ਼ਨਸ਼ਿਪ ਦੱਸਦੇ ਆ, ਉਸੇ ਤਰੀਕੇ ਨਾਲ ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲ ਉਹ ਵੀ ਐਕਸਪਲੇਨ ਕਰਦੇ ਆ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਨੂੰ। ਫੋਰ ਐਗਜ਼ਾਮਪਲ, ਦੇਰ ਇਜ਼ ਅ ਕਾਜ਼ ਐਂਡ ਇਫੈਕਟ ਰਿਲੇਸ਼ਨਸ਼ਿਪ ਬਿਟਵੀਨ ਐਫੀਸ਼ੀਐਂਟ ਮੈਨੇਜਮੈਂਟ ਐਂਡ ਸਕਸੈਸ ਆਫ ਦ ਆਰਗੇਨਾਈਜੇਸ਼ਨ। ਹੁਣ ਦੇਖੋ ਕਾਜ਼ ਕੀ ਆ, ਐਫੀਸ਼ੀਐਂਟ ਮੈਨੇਜਮੈਂਟ, ਇਫੈਕਟ ਕੀ ਨਿਕਲਿਆ, ਉਹਦਾ ਪ੍ਰਭਾਵ ਕੀ ਪਿਆ, ਸਕਸੈਸ ਆਫ ਦ ਆਰਗੇਨਾਈਜੇਸ਼ਨ। ਸੋ ਇਨ ਦਿਸ ਕੇਸ ਐਫੀਸ਼ੀਐਂਟ ਮੈਨੇਜਮੈਂਟ ਇਜ਼ ਦ ਮੇਨ ਕਾਜ਼ ਆਫ ਸਕਸੈਸ ਆਫ ਐਨ ਆਰਗੇਨਾਈਜੇਸ਼ਨ। ਸੋ ਇਸ ਦੇ ਵਿੱਚ ਜਿਹੜੀ ਐਫੀਸ਼ੀਐਂਟ ਵਧੀਆ ਮੈਨੇਜਮੈਂਟ ਹੈ ਉਹ ਕੀ ਹੈ, ਕਾਰਨ ਹੈ ਕਾਹਦਾ, ਸਕਸੈਸ ਆਫ ਐਨ ਆਰਗੇਨਾਈਜੇਸ਼ਨ, ਮਤਲਬ ਕਿਸੇ ਵੀ ਸੰਸਥਾ ਦੀ ਕਾਮਯਾਬੀ ਦਾ। On the other hand, success of the organization is the effect of efficient management। ਜੇ ਕਿਸੇ ਸੰਸਥਾ ਦੀ ਕਾਮਯਾਬੀ ਹੋਈ ਆ ਤਾਂ ਉਹ ਕਿਸ ਚੀਜ਼ ਦਾ ਪ੍ਰਭਾਵ ਹੈ, ਮਤਲਬ ਕਿਸ ਚੀਜ਼ ਦਾ ਇਫੈਕਟ ਹੈ, ਉਹ ਐਫੀਸ਼ੀਐਂਟ ਮੈਨੇਜਮੈਂਟ ਦਾ। ਨੈਕਸਟ ਹੈ ਆਪਣੇ ਕੋਲੇ ਵੇਰੀਫਿਕੇਸ਼ਨ ਆਫ ਪ੍ਰਿੰਸੀਪਲਸ। ਲਾਈਕ ਅ ਸਾਇੰਸ, ਪ੍ਰੈਕਟੀਕਲ ਐਪਲੀਕੇਬਿਲਿਟੀ ऑफ प्रिंसीपल्स ऑफ मैनेजमेंट कैन ऑल्सो भी वेरीफाइड। बाकी साइंस वांगू ये भी प्रिंसीपल्स आप वेरीफाई कर सकते हैं। मैनी मैनेजमेंट एक्सपर्ट्स एंड एकेडमिक स्कॉलर्स हैव डन सैवरल स्टडीज़ अबाउट द प्रैक्टिकल एप्लीकेबिलिटी ऑफ द प्रिंसीपल्स ऑफ मैनेजमेंट। बहुत सारे मैनेजमेंट के एक्सपर्ट ने जोड़े या स्कॉलर है जिन्होंने ये चीज़ की स्टडी की आ भी प्रैक्टिकली जोड़े मैनेजमेंट के प्रिंसीपल आप किवें लागू कर सकते हैं। ऑन द बेसिस ऑफ सच स्टडीज़ ओनली दीज प्रिंसीपल्स हैव बीन एक्सैप्टेड एंड हैंस इनकलूडिड इन द सब्जैक्ट ऑफ मैनेजमेंट। सो वो स्टडीज़ ਨੂੰ ਧਿਆਨ 'ਚ ਰੱਖ ਕੇ ਇਹਦੇ ਪ੍ਰਿੰਸੀਪਲ ਬਣਾਏ ਗਏ ਆ ਅਤੇ ਉਹਨਾਂ ਨੂੰ ਐਕਸੈਪਟ ਕੀਤਾ ਗਿਆ ਅਤੇ ਮੈਨੇਜਮੈਂਟ ਨਾਂ ਦੇ ਸਬਜੈਕਟ ਦੇ ਵਿੱਚ ਉਹਨਾਂ ਨੂੰ ਹੁਣ ਸ਼ਾਮਲ ਕੀਤਾ ਗਿਆ। लास्ट पॉइंट है प्रोडिक्शन। ऑन द बेसिस ऑफ कंसैप्ट एंड प्रिंसीपल्स ऑफ मैनेजमेंट प्रोडिक्शन अबाउट द फ्यूचर इवेंट्स कैन बी मेड। जिवें साइंस दे विच आपां कोई प्रोडिक्शन कर सकते हैं उस तरीके नाल आपां इहदे विच भी प्रोडिक्शन कर सकते हैं। ऑलदो दिस प्रोडिक्शन इज़ नॉट सर्टेन एंड इज़ कंप्लीटली ट्रू एज द प्रोडिक्शन ऑफ नैचुरल साइंसिस। हाँ जी, ये पॉइंट नोट करने वाला। देखो हुण जिवें सपोज कर लो किसी वर्कर नूं वध सैलरी दे दईए जिवें आपां, ठीक है, तो आपां प्रोडिक्शन ये करांगे भी वधिया प्रोडक्शन करूगा, हुण वो वध प्रोडक्शन करूगा, बट जरूरी नहीं है, ठीक है। सो जिन्ने कहने नैचुरल साइंस ਦੀਆਂ ਪ੍ਰੈਡਿਕਸ਼ਨ ਸੱਚ ਹੁੰਦੀਆਂ ਜਾਂ ਟਰੂ ਹੁੰਦੀਆਂ ਨੇ ਜਾਂ ਨਿਸ਼ਚਿਤ ਹੁੰਦੀਆਂ ਨੇ ਉਨੀਆਂ ਮੈਨੇਜਮੈਂਟ ਦੀਆਂ ਪ੍ਰੈਡਿਕਸ਼ਨਸ ਨਹੀਂ ਹੁੰਦੀਆਂ। ਯੈਟ ਇਟ ਇਜ਼ ਕਲੀਅਰ ਦੈਟ like any other science the subject of management also helps in making prediction। मतलब ਇਹਨਾਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਬਟ ਐਗਜ਼ੈਕਟ ਅੰਦਾਜ਼ਾ ਨਹੀਂ ਲਗਾ ਸਕਦੇ, ਠੀਕ ਹੈ। from the above analysis it becomes clear that subject of management has all the features for being referred to as a science। ਉੱਪਰੋਂ ਅਸੀਂ ਇਹ ਕਲੀਅਰ ਕਰਦੇ ਹਾਂ ਵੀ ਮੈਨੇਜਮੈਂਟ ਦੇ ਵਿੱਚ ਉਹ ਸਾਰੀਆਂ ਫੀਚਰਸ ਆਉਂਦੀਆਂ ਨੇ ਜਿਹਦੇ ਕਰਕੇ ਆਪਾਂ ਇਹਨੂੰ ਸਾਇੰਸ ਕਹਿ ਸਕਦੇ ਹਾਂ। ਹੁਣ ਇਹਦੇ ਵਿੱਚ ਇੱਕ ਟੌਪਿਕ ਹੈ ਮੈਨੇਜਮੈਂਟ ਨॉट ਐਨ ਐਗਜ਼ੈਕਟ ਸਾਇੰਸ। ਮਤਲਬ ਮੈਨੇਜਮੈਂਟ ਪੂਰੀ ਸਾਇੰਸ ਨਹੀਂ ਹੈ, ਠੀਕ ਹੈ। ਸੋ ਦੇਰ ਇਜ਼ ਨੋ ਡਾਊਟ ਇਨ ਦ ਫੈਕਟ ਦੈਟ ਮੈਨੇਜਮੈਂਟ ਇਜ਼ ਅ ਸਾਇੰਸ, ਉੱਪਰ ਆਪਾਂ ਕਲੀਅਰ ਕਰ ਲਿਆ। बट मैनेजमेंट इज़ नॉट एन एग्जैक्ट साइंस। बाकी साइंसिस की तरह जिमें फिजिक्स कैमिस्ट्री है या होर नैचुरल साइंस आ बायोलॉजी वगैरह हैगी आ उहदी तरह ही साइंस नहीं है। मैनेजमेंट एक एन इन एग्जैक्ट साइंस आ। इट इन दिस कॉन्टैक्सट पीटर ड्रकर ने की कहा वा मैनेजमेंट कैन नैवर बी एन एग्जैक्ट साइंस। मैनेजमेंट कदे भी एग्जैक्ट साइंस नहीं बन सकती। द मेन रीजन, हाँ जी ये अंडरलाइन कर लियो, मेन रीजन की है बिहाइंड दिस इज़ दैट मैनेजमेंट इज़ कंसर्न विद ह्यूमन बींग्स। क्योंकि जी मैनेजमेंट है ये इंसानों नाल जुड़ी हुई है। नेचर एंड बिहेवियर ऑफ ह्यूमन बींग्स चेंजिस इन अकॉर्डेंस विद द चेंजिस इन टाइम एंड सरकमस्टेंसिस। जिमें समा चेंज होंदा, हालात चेंज होंदे, इंसान का बिहेवियर बदलता। सो इट इज़ ऑल्सो नॉट पॉसीबल टू मेक कंप्लीटली करैक्ट प्रोडिक्शंस अबाउट ह्यूमन नेचर एंड बिहेवियर। सो ये बिल्कुल ही पॉसीबल नहीं है कि आप बिल्कुल सही से प्रोडिक्शन कर लीए ह्यूमन बिहेवियर के बारे, ह्यूमन की नेचर के बारे। अलॉन्ग विद दिस although principles of management are universal yet these are applicable under certain specific conditions only। management ਦੇ principle no doubt भी सारी दुनिया ਦੇ ਵਿੱਚ लागू ਹੁੰਦੇ ਆ but ਕੁਝ specific condition ਦੇ under ਹੀ ਆਪਾਂ ਇਹਨੂੰ लागू ਕਰ ਸਕਦੇ ਹਾਂ। apart from this these principles cannot be verified in laboratories। ਜਿਹੜੀਆਂ ਲੈਬੋਰਟਰੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਆਪਾਂ ਇਹਨਾਂ ਨੂੰ ਕਹਿੰਦੇ ਵੈਰੀਫਾਈ ਨਹੀਂ ਕਰ ਸਕਦੇ। ਮਤਲਬ ਯਾਰ ਆਹ ਕਿਰਿਆ ਦੇ ਵਿੱਚ ਇੰਨਾ ਪਾ ਲਓ, ਇੰਨੇ ml ਪਾ ਲਓ ਜਾਂ ਇੰਨੇ ਪਾ ਲਓ, ਉਹ ਕਰਕੇ ਆਪਾਂ ਇਹਨਾਂ ਨੂੰ ਸੋਲਵ ਨਹੀਂ ਕਰਕੇ ਸ਼ੋਅ ਕਰ ਸਕਦੇ, ਵੈਰੀਫਾਈ ਨਹੀਂ ਕਰ ਸਕਦੇ।
सो एज अ कॉन्सिक्वेंस ऑफ ऑल दीज फैक्ट्स मैनेजमेंट इज़ नॉट एन एग्जैक्ट साइंस। इन्होंने सारे कारणों करके मैनेजमेंट एक एग्जैक्ट साइंस नहीं है। इन फैक्ट मैनेजमेंट इज़ एन इन एग्जैक्ट साइंस। असल दे विच मैनेजमेंट एक इन एग्जैक्ट साइंस है। बिहेवियरल साइंस और सोशल साइंस लाइक इकनॉमिक्स, पोलिटिकल साइंस और सोशियोलॉजी। सो तुसीं सिर्फ फिर इत्थे तक ही टॉपिक कर लिओ, ठीक है। सो ऑल दीज फैक्ट्स तो बाद मैनेजमेंट इज़ नॉट एन एग्जैक्ट साइंस तक, इत्थे तक, ठीक है जी।